ਸਤਿ ਸ੍ਰੀ ਅਕਾਲ। ਨਿਊਜ਼ 18 ਪੰਜਾਬ ਹਰਿਆਣਾ ਹਿਮਾਚਲ ਤੁਸੀਂ ਦੇਖ ਰਹੇ ਹੋ। ਗੌਰਵ ਸ਼ੁਕਲਾ ਮੈਂ ਹਾਂ ਤੁਹਾਡੇ ਨਾਲ ਤੇ ਮੈਂ ਹਾਂ ਵਿਜੇਪਾਲ ਸਿੰਘ ਬਰਾੜ। ਅੱਜ ਗੱਲ ਕਰਾਂਗੇ ਅਕਾਲੀ ਦਲ ਤੇ ਬਸਪਾ ਦੇ ਨਵੇਂ ਗੱਠਜੋੜ ਦੀ, ਨਵੀਂ ਯਾਰੀ ਦੀ ਕਿ ਆਖਰ ਸਮੀਕਰਨ ਕਿੱਧਰ ਨੂੰ ਜਾ ਰਹੇ ਨੇ। ਜੀ ਹਾਂ, ਪੰਜਾਬ ਦੇ ਵਿੱਚ 2022 ਦੀਆਂ ਚੋਣਾਂ ਤੋਂ ਪਹਿਲਾਂ ਇਹ ਸਭ ਤੋਂ ਵੱਡੀ ਸਿਆਸੀ ਹਲਚਲ ਤੁਸੀਂ ਕਹਿ ਸਕਦੇ ਹੋ। ਇਸ ਤੋਂ ਪਹਿਲਾਂ 2020 ਦੇ ਵਿੱਚ ਖੇਤੀ ਆਰਡੀਨੈਂਸਾਂ ਦੇ ਉੱਤੇ ਅਕਾਲੀ ਦਲ ਤੇ ਬੀਜੇਪੀ ਦਾ ਸਾਥ ਟੁੱਟਿਆ, ਜਿਹੜਾ ਕਰੀਬ 2 ਦਹਾਕੇ ਤੋਂ ਜ਼ਿਆਦਾ ਪੁਰਾਣਾ ਸੀ। ਤੇ ਹੁਣ ਜੋ 2 ਦਹਾਕੇ ਤੋਂ ਜ਼ਿਆਦਾ ਸਮਾਂ ਪਹਿਲਾਂ ਇਕੱਠੇ ਸੀ, ਇੱਕ ਚੋਣ ਲੜਦੇ ਨੇ 96 ਦੇ ਵਿੱਚ ਬੀਐਸਪੀ ਤੇ ਅਕਾਲੀ ਦਲ, ਇਹ ਇਕੱਠੇ ਹੋ ਗਏ ਨੇ ਦੁਬਾਰਾ। ਤਾਂ ਇਹ ਵੱਡੀ ਹਲਚਲ ਪੰਜਾਬ ਦੀ ਸਿਆਸਤ 'ਚ ਕਿਸ ਤਰੀਕੇ ਦੇ ਨਵੇਂ ਸਮੀਕਰਨ ਪੈਦਾ ਕਰ ਸਕਦੀ ਹੈ ਜਾਂ ਕਰੇਗੀ, ਅੱਜ ਇਸ ਦੇ ਉੱਤੇ ਹੀ ਗੱਲਬਾਤ ਹੋਏਗੀ। ਸ਼ੁਰੂਆਤ ਅਸੀਂ ਇੱਕ ਰਿਪੋਰਟ ਦੇ ਨਾਲ ਕਰਨ ਜਾ ਰਹੇ ਹਾਂ, ਤੁਹਾਨੂੰ ਦਿੰਦੇ ਹਾਂ ਪੂਰਾ ਅਪਡੇਟ ਕੀ ਕੁਝ ਕਿਹਾ ਜਦੋਂ ਇਹ ਗੱਠਜੋੜ ਦਾ ਐਲਾਨ ਕੀਤਾ ਗਿਆ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਹੋਰਾਂ ਦੇ ਵੱਲੋਂ। ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਇੱਕ ਵਾਰ ਮੁੜ ਤੋਂ ਸਾਥੀ ਬਣ ਗਏ ਨੇ। ਬੀਜੇਪੀ ਦੇ ਨਾਲ ਅਲਾਈਅੰਸ ਟੁੱਟਣ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਨੇ ਬਹੁਜਨ ਸਮਾਜ ਪਾਰਟੀ ਨੂੰ ਚੁਣਿਆ। ਇੱਕ ਤਾਂ ਨੈਸ਼ਨਲ ਪਾਰਟੀ ਨਾਲ ਗੱਠਜੋੜ ਤੇ ਦੂਜਾ 22 ਦੀਆਂ ਚੋਣਾਂ ਦੇ ਵਿੱਚ ਦਲਿਤਾਂ ਦੀ ਵੋਟ ਸਾਧਣ ਦੀ ਕੋਸ਼ਿਸ਼। ਇਸ ਨਵੇਂ ਗੱਠਜੋੜ ਦੇ ਨਾਲ ਨਵੇਂ ਸਮੀਕਰਨ ਸਾਹਮਣੇ ਆ ਰਹੇ ਨੇ। ਗੱਠਜੋੜ ਦੀ ਬੁਨਿਆਦ 97-20 ਦੇ ਫਾਰਮੂਲੇ ਤਹਿਤ ਰੱਖੀ ਗਈ ਹੈ। ਮਤਲਬ ਅਕਾਲੀ ਦਲ 97 ਸੀਟਾਂ ਜਦਕਿ 20 ਸੀਟਾਂ ਤੇ ਬਸਪਾ ਚੋਣ ਲੜੇਗੀ। ਮਾਇਆਵਤੀ ਜੀ ਦਾ ਧੰਨਵਾਦ ਕਰਨਾ ਚਾਹੁੰਦਾ ਕਿਉਂਕਿ ਆ ਅਲਾਈਅੰਸ ਹੋਣ ਵਿੱਚ, ਆ ਦੋ ਪਰਿਵਾਰ ਇਕੱਠੇ ਜੁੜਨ ਵਿੱਚ ਸਭ ਤੋਂ ਵੱਡਾ ਯੋਗਦਾਨ ਮੈਂ ਮਾਇਆਵਤੀ ਜੀ ਦਾ। 1996 ਵਿੱਚ ਵੀ ਅਕਾਲੀ ਦਲ ਤੇ ਬਸਪਾ ਦਾ ਗੱਠਜੋੜ ਹੋਇਆ ਸੀ। ਉਸ ਸਮੇਂ ਗੱਠਜੋੜ ਨੇ ਲੋਕ ਸਭਾ ਦੀਆਂ 13 ਦੇ ਵਿੱਚੋਂ 11 ਸੀਟਾਂ ਜਿੱਤੀਆਂ, ਪਰ ਕਿਸੇ ਗੱਲੋਂ ਇਹ ਗੱਠਜੋੜ ਅੱਗੇ ਨਹੀਂ ਚੱਲਿਆ। ਪਰ ਹੁਣ ਮੁੜ ਤੋਂ ਸੁਖਬੀਰ ਬਾਦਲ ਤੇ ਮਾਇਆਵਤੀ ਦੀ ਪਾਰਟੀ ਇਕੱਠਿਆਂ 22 ਦੀ ਪਾਰੀ ਖੇਡਣ ਜਾ ਰਹੇ ਨੇ। क्योंकि आज बहुजन समाज पार्टी जो कि एक नेशनल पार्टी है, उसका गठबंधन पंजाब की सबसे मजबूत पार्टी अकाली दल, श्रोमणी अकाली दल के साथ में हो रहा है। ਅਕਾਲੀ ਦਲ ਦਲਿਤ ਡਿਪਟੀ ਸੀਐਮ ਦਾ ਐਲਾਨ ਤਾਂ ਪਹਿਲਾਂ ਹੀ ਕਰ ਚੁੱਕਿਆ ਹੈ ਤੇ ਹੁਣ ਬਸਪਾ ਦੇ ਨਾਲ ਗੱਠਜੋੜ ਕਰਕੇ ਇਸ ਐਲਾਨ ਤੇ ਮੁਹਰ ਲਗਾਉਣਾ ਚਾਹੁੰਦਾ ਹੈ। 25 ਸਾਲਾਂ ਤੋਂ ਬਹੁਜਨ ਸਮਾਜ ਪਾਰਟੀ ਵੀ ਲਗਾਤਾਰ ਚੋਣਾਂ ਲੜਦੀ ਆ ਰਹੀ ਹੈ, ਪਰ ਪੰਜਾਬ 'ਚ ਬਸਪਾ ਦੇ ਕਿਸੇ ਲੀਡਰ ਨੂੰ ਕੋਈ ਜਿੱਤ ਨਹੀਂ ਮਿਲੀ। ਇਹ ਬਸਪਾ ਦੇ ਲਈ ਗੋਲਡਨ ਚਾਂਸ ਮੰਨਿਆ ਜਾ ਸਕਦਾ ਹੈ। ਦੋਵੇਂ ਪਾਰਟੀਆਂ ਵੱਲੋਂ ਇਹ ਵੀ ਦਾਅਵੇ ਕੀਤੇ ਜਾ ਰਹੇ ਨੇ ਕਿ ਦੋਵੇਂ ਪਾਰਟੀਆਂ ਦਾ ਗੱਠਜੋੜ 96 ਵਾਲੇ ਪ੍ਰਦਰਸ਼ਨ ਨੂੰ ਮੁੜ ਦੁਹਰਾਏਗਾ। ਚੰਡੀਗੜ੍ਹ ਤੋਂ ਪੰਕਜ ਕਪਾਹੀ ਦੇ ਨਾਲ ਰੋਹਿਤ ਬੰਸਲ, ਨਿਊਜ਼ 18 ਪੰਜਾਬ। ਤਾਂ ਦੋਹੇ ਪਾਰਟੀਆਂ ਦਾ ਗੱਠਜੋੜ ਕੀ ਰੰਗ ਦਿਖਾਏਗਾ? ਅਕਾਲੀ ਦਲ ਤੇ ਬੀਐਸਪੀ ਦੇ ਗੱਠਜੋੜ ਦੇ ਮਾਇਨੇ ਕੀ ਨੇ? ਕਿ ਗੱਠਜੋੜ 'ਚ ਬੀਐਸਪੀ ਨੂੰ ਉਹ ਸੀਟਾਂ ਮਿਲੀਆਂ ਨੇ ਜਿਸ ਤੇ ਅਕਾਲੀ ਦਲ ਕਮਜ਼ੋਰ ਸੀ? ਕਈ ਸਾਰੇ ਸਵਾਲ ਨੇ। ਜੇਕਰ ਅਕਾਲੀ ਬੀਐਸਪੀ ਦੀ ਸਰਕਾਰ ਬਣੀ ਤਾਂ ਕੀ ਬੀਐਸਪੀ ਦਾ ਡਿਪਟੀ ਸੀਐਮ ਹੋਵੇਗਾ? ਕੀ ਬੀਐਸਪੀ 2022 ਦੀਆਂ ਚੋਣਾਂ 'ਚ ਅਕਾਲੀ ਦਲ ਦੇ ਲਈ ਸੰਜੀਵਨੀ ਸਾਬਤ ਹੋਏਗੀ? ਗੌਰਵ, ਕਈ ਸਾਰੇ ਸਵਾਲ ਨੇ ਜਿੱਥੋਂ ਅੱਜ ਚਰਚਾ ਕਰਨੀ ਬਣਦੀ ਹੈ। ਹਾਲਾਂਕਿ ਸਵੇਰ ਦਾ ਲਗਾਤਾਰ ਅਸੀਂ ਪ੍ਰਤੀਕਰਮ ਵੀ ਜਾਣਨ ਦੀ ਕੋਸ਼ਿਸ਼ ਕਰ ਰਹੇ ਹਾਂ, ਪਰ ਫਿਰ ਵੀ ਨਵੀਆਂ ਡਿਵੈਲਪਮੈਂਟ ਸੋਸ਼ਲ ਮੀਡੀਆ ਤੇ ਇੱਕ ਵੱਖਰੀ ਤਰ੍ਹਾਂ ਦੀ ਬਹਿਸ ਛਿੜ ਗਈ ਹੈ ਇਸ ਡਿਵੈਲਪਮੈਂਟ ਤੋਂ ਬਾਅਦ। ਬਿਲਕੁਲ, ਤੇ ਅਸੀਂ ਕੋਸ਼ਿਸ਼ ਵੀ ਵਿਜੇ ਆਪਾਂ ਇਹੀ ਕਰਾਂਗੇ ਕਿ ਸਮਝ ਸਕੀਏ ਕਿ ਆਖਿਰ ਇਹ ਸਮੀਕਰਨ ਕੀ ਕਹਿੰਦੇ ਨੇ, ਕਿਉਂਕਿ ਬੀਜੇਪੀ ਤੋਂ ਵੱਖ ਹੋਣ ਤੋਂ ਬਾਅਦ ਅਕਾਲੀ ਦਲ ਨੇ ਗੱਠਜੋੜ ਕੀਤਾ ਹੁਣ ਬੀਐਸਪੀ ਦੇ ਨਾਲ। ਜਿਵੇਂ ਅਸੀਂ ਲਗਾਤਾਰ ਕਿਹਾ ਕਿ ਹੁਣ ਦੋਵੇਂ ਪਾਰਟੀਆਂ ਦਾਅਵੇ ਤਾਂ ਕਰ ਰਹੀਆਂ ਨੇ। ਖੈਰ, ਇਹ ਦਾਅਵਿਆਂ ਦੇ ਵਿੱਚ ਕਿੰਨਾ ਦਮ ਹੈ 2022 ਦੇ ਵਿੱਚ ਸਾਫ਼ ਹੋਏਗਾ, ਪਰ ਹੁਣ ਸਮੀਕਰਨ ਕਿਸ ਤਰੀਕੇ ਨਾਲ ਬੈਠ ਸਕਦੇ ਨੇ ਕਿ ਵਾਕਈ ਅਕਾਲੀ ਦਲ ਨੇ ਬੀਐਸਪੀ ਦੇ ਨਾਲ ਗੱਠਜੋੜ ਕਰਕੇ ਇੱਕ ਵੱਡਾ ਕਮਬੈਕ ਕਰ ਲਿਆ ਆਲਰੇਡੀ, ਕਿ ਇਸ ਤਰੀਕੇ ਨਾਲ ਸਮਝਿਆ ਜਾਵੇ। ਇਸ ਦੇ ਉੱਤੇ ਗੱਲਬਾਤ ਹੋਏਗੀ। ਪਹਿਲਾਂ ਤਾਰਫ ਕਰਵਾਉਂਦੇ ਜਿਹੜੇ ਅੱਜ ਸਾਡੇ ਨਾਲ ਮਹਿਮਾਨ ਜੁੜ ਰਹੇ ਨੇ। ਅੱਜ ਅਸੀਂ ਕੋਸ਼ਿਸ਼ ਕਰਾਂਗੇ ਕਿ 2 ਘੰਟੇ ਤੱਕ ਮੈਰਾਥਨ ਗੱਲਬਾਤ ਹੋ ਸਕੇ, ਕਿਉਂਕਿ ਵੱਡੀ ਅਪਡੇਟ, ਜਿਵੇਂ ਅਸੀਂ ਪਹਿਲਾਂ ਕਿਹਾ ਸੀ ਕਿ 2022 ਦੀਆਂ ਚੋਣਾਂ ਤੋਂ ਪਹਿਲਾਂ ਪੰਜਾਬ ਦੀ ਸਿਆਸਤ 'ਚ ਹੁਣ ਤੱਕ ਦੀ ਸਭ ਤੋਂ ਵੱਡੀ ਹਲਚਲ ਹੈ। ਇੱਕ ਬੀਜੇਪੀ ਦੇ ਨਾਲ ਗੱਠਜੋੜ ਟੁੱਟਣਾ ਤੇ ਦੂਜਾ ਅਕਾਲੀ ਦਲ ਦਾ ਬੀਐਸਪੀ ਦੇ ਨਾਲ ਗੱਠਜੋੜ ਹੋਣਾ, ਤੇ ਇਸ ਦੇ ਉੱਤੇ ਗੱਲਬਾਤ ਕਰਾਂਗੇ। ਸਾਡੇ ਨਾਲ ਆਮ ਆਦਮੀ ਪਾਰਟੀ ਵਿਧਾਇਕ ਜੈ ਕਿਸ਼ਨ ਸਿੰਘ ਰੋੜੀ ਜੀ ਜੁੜ ਰਹੇ ਨੇ। ਰੋੜੀ ਸਾਹਿਬ, ਬਹੁਤ-ਬਹੁਤ ਸਵਾਗਤ ਹੈ ਤੁਹਾਡਾ। ਸਾਡੇ ਨਾਲ ਰਜਿੰਦਰ ਭੰਡਾਰੀ ਜੀ ਜੁੜ ਰਹੇ ਨੇ, ਜੋ ਕਿ ਭਾਰਤੀ ਜਨਤਾ ਪਾਰਟੀ ਨੇ, ਬੀਜੇਪੀ ਨੂੰ ਰਿਪਰੈਜ਼ੈਂਟ ਕਰਨਗੇ। ਕੁਝ ਹੀ ਪਲਾਂ ਦੇ ਵਿੱਚ ਸਾਡੇ ਨਾਲ ਅਕਾਲੀ ਦਲ ਤੋਂ
ਸਾਬਕਾ ਮੰਤਰੀ ਨੇ ਪੰਜਾਬ ਦੇ ਦਲਜੀਤ ਸਿੰਘ ਚੀਮਾ ਜੀ ਜੁੜਨਗੇ ਤੇ ਨਾਲ ਹੀ ਸਾਡੇ ਨਾਲ ਕਾਂਗਰਸ ਤੋਂ ਡਾਕਟਰ ਰਾਜਕੁਮਾਰ ਵੇਰਕਾ ਵੀ ਜੁੜਨਗੇ। ਸ਼ੁਰੂਆਤ ਕਰਦੇ ਹਾਂ ਸਭ ਤੋਂ ਪਹਿਲਾਂ ਜਿਹੜੀਆਂ ਸਿਆਸੀ ਧਿਰਾਂ ਸਾਡੇ ਨਾਲ ਜੁੜ ਰਹੀਆਂ ਨੇ, ਅਕਾਲੀ ਦਲ ਬੀਐਸਪੀ ਨੂੰ ਛੱਡ ਕੇ ਉਹਨਾਂ ਦਾ ਕੀ ਪ੍ਰਤੀਕਰਮ ਹੈ, ਇੱਕ ਰਿਐਕਸ਼ਨ ਲਵਾਂਗੇ, ਉਸ ਤੋਂ ਬਾਅਦ ਗੱਲਬਾਤ ਨੂੰ ਅੱਗੇ ਸਵਾਲਾਂ ਨੂੰ ਤੋੜਾਂਗੇ। ਸ਼ੁਰੂਆਤ ਰੋੜੀ ਸਾਹਿਬ ਤੁਹਾਡੇ ਤੋਂ। ਆਮ ਆਦਮੀ ਪਾਰਟੀ ਸੌਫਟ ਨਜ਼ਰ ਆਈ ਹੈ ਪਹਿਲਾਂ ਤੋਂ ਹੀ ਬੀਐਸਪੀ ਨੂੰ ਲੈ ਕੇ। ਰੋੜੀ ਸਾਹਿਬ ਪਹਿਲਾ ਸਵਾਲ ਇਹੀ ਕਿ ਤੁਹਾਡੀ ਗੱਲ ਬਣੀ ਨਹੀਂ ਜਾਂ ਫਿਰ ਸਿਰੇ ਚੜੀ ਨਹੀਂ ਜਾਂ ਤੁਸੀਂ ਕੀਤੀ ਨਹੀਂ, ਕੁਝ ਵੀ ਹੋ ਸਕਦਾ ਹੈ, ਪਰ ਅਕਾਲੀ ਦਲ ਨੇ ਇੱਕ ਪਾਸੇ ਤੋਂ ਬਾਜ਼ੀ ਮਾਰ ਲਈ ਕਿ ਜਿਹੜਾ ਦਲਿਤ ਵੋਟ ਬੈਂਕ ਹੈ ਉਸ ਨੂੰ ਆਪਣੇ ਵਾਲੇ ਪਾਸੇ ਕਰਨ ਦੇ ਲਈ ਬੀਐਸਪੀ ਤੱਕ ਪਹੁੰਚ ਵੀ ਕੀਤੀ ਤੇ ਆਪਣੇ ਵਾਲੇ ਪਾਸੇ ਰਲਾ ਵੀ ਲਿਆ। ਰੋੜੀ ਸਾਹਿਬ ਫਰਸਟ ਰਿਐਕਸ਼ਨ ਤੁਹਾਡਾ। ਦੇਖੋ, ਆਮ ਆਦਮੀ ਪਾਰਟੀ ਦਾ ਬਸਪਾ ਦੇ ਨਾਲ ਕਦੀ ਵੀ ਅਲਾਈਅੰਸ ਦੀ ਜਿਹੜੀ ਗੱਲ ਮੈਂ ਕਦੀ ਸੁਣੀ ਨਹੀਂ। ਪਾਰਟੀ ਲੈਵਲ ਤੇ ਉੱਚ ਲੈਵਲ ਤੇ ਹੋਈ ਹੋਵੇ ਉਹਦੇ ਬਾਰੇ ਮੈਨੂੰ ਜਾਣਕਾਰੀ ਨਹੀਂ, ਪਰ ਜਿਹੜੀ ਅੱਜ ਬਸਪਾ ਤੇ ਸ਼੍ਰੋਮਣੀ ਅਕਾਲੀ ਦਲ ਦਾ ਗੱਠਜੋੜ ਹੋਇਆ, ਇਹਨੂੰ ਜਿਹੜਾ ਅਸੀਂ ਦੇਖਦੇ ਆ ਇਹ ਕਿੰਨਾ ਚਿਰ ਲੰਮਾ ਚੱਲੇਗਾ। ਤੁਸੀਂ ਪਿਛਲਾ ਇਤਿਹਾਸ ਚੱਕ ਕੇ ਦੇਖੋ ਕਿ ਪਿਛਲੀ ਵਿਧਾਨ ਸਭਾ ਜਿਹੜੀ ਹਰਿਆਣੇ ਦੇ ਵਿੱਚ ਇਲੈਕਸ਼ਨ ਹੋਈ ਹੈ, ਉੱਥੇ ਜੇਜੇਪੀ ਤੇ ਬਸਪਾ ਦਾ ਜਿਹੜਾ ਗੱਠਜੋੜ ਹੁੰਦਾ ਔਰ ਇਲੈਕਸ਼ਨ ਤੋਂ ਪਹਿਲਾਂ ਹੀ ਉਹ ਗੱਠਜੋੜ ਤੋੜ ਲਿਆ ਜਾਂਦਾ। ਔਰ ਅੱਜ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਦਾ ਗੱਠਜੋੜ ਹੋਇਆ, ਇਹ ਉਹਨਾਂ ਦੋਨਾਂ ਪਾਰਟੀਆਂ ਦਾ ਇੰਟਰਨਲ ਮਾਮਲਾ ਹੈ। ਉਹ ਉਹਨਾਂ ਦੀ ਆਪਣੀ ਵਿਚਾਰਧਾਰਾ ਹੈ ਕਿ ਉਹਨਾਂ ਨੇ ਕਿਹੜੀ ਪਾਰਟੀ ਨਾਲ ਅਲਾਈਅੰਸ ਕਰਨਾ, ਕਿਹੜੀ ਨਾਲ ਨਹੀਂ ਕਰਨਾ। ਪਰ ਇੱਕ ਇਤਿਹਾਸ ਰਿਹਾ ਜ਼ਰੂਰ ਜੋ ਕਿ ਦੇਖਣ ਦੀ ਲੋੜ ਹੈ ਕਿ ਜਦੋਂ ਵੀ ਸ਼੍ਰੋਮਣੀ ਅਕਾਲੀ ਦਲ ਨੇ ਕਿਸੇ ਵੀ ਪਾਰਟੀ ਦੇ ਨਾਲ ਸਮਝੌਤਾ ਕੀਤਾ ਹੈ ਤੇ ਉਹਨਾਂ ਨੂੰ ਵਰਕਰਾਂ ਨੂੰ ਸਭ ਤੋਂ ਪਹਿਲਾਂ ਖਾਣ ਦੀ ਜਿਹੜੀ ਸ਼ੁਰੂਆਤ ਉਹ ਸ਼੍ਰੋਮਣੀ ਅਕਾਲੀ ਦਲ ਨੇ ਕੀਤੀ। ਤੁਹਾਡੇ ਸਾਹਮਣੇ ਭਾਜਪਾ ਤੋਂ ਬੈਠੇ ਨੇ ਭੰਡਾਰੀ ਸਾਹਿਬ, ਭਾਜਪਾ ਨੂੰ ਛੱਡ ਕੇ ਜਦੋਂ ਅਕਾਲੀ ਦਲ ਅਲੱਗ ਹੋਇਆ ਤਾਂ ਉਹਨਾਂ ਨੇ ਸਭ ਤੋਂ ਪਹਿਲਾਂ ਜਿਹੜੇ ਭਾਜਪਾ ਦੇ ਵਰਕਰ ਹੈ ਉਹਨਾਂ ਤੇ ਡੋਰੇ ਪਾਣੇ ਸ਼ੁਰੂ ਕੀਤੇ। ਭਾਜਪਾ ਦੀ ਲੀਡਰਸ਼ਿਪ ਨੂੰ ਪੰਜਾਬ ਦੇ ਵਿੱਚ ਪੂਰੀ ਤਰ੍ਹਾਂ ਖੋਰਾ ਲਾ ਕੇ ਉਹਨਾਂ ਨੂੰ ਕਿਸੇ ਨਾ ਕਿਸੇ ਢੰਗ ਤਰੀਕੇ ਦੇ ਨਾਲ ਅਕਾਲੀ ਦਲ ਵਿੱਚ ਸ਼ੁਰੂਆਤ ਜਿਹੜੀ ਕਰ ਲਈ। ਤੁਸੀਂ ਇਸੇ ਤਰ੍ਹਾਂ ਬਸਪਾ ਦੀ ਗੱਲ ਕਰ ਲਓ। ਅੱਜ ਜਿਹੜੇ ਪੰਜਾਬ ਦੇ ਵਿੱਚ ਅਕਾਲੀ ਦਲ ਦੇ ਮੌਜੂਦਾ ਵਿਧਾਇਕ ਨੇ, ਬੰਗਿਆਂ ਤੋਂ ਨੇ ਡਾਕਟਰ ਸੁਖਵਿੰਦਰ ਸੁੱਖੀ ਜੀ, ਉਹ ਪਹਿਲਾਂ ਬਸਪਾ ਸੀਗੇ। ਫਲੋਰ ਤੋਂ ਨੇ ਖਹਿਰਾ ਸਾਹਿਬ, ਉਹ ਪਹਿਲਾਂ ਬਸਪਾ ਸੀਗੇ। ਆਦਮਪੁਰ ਤੋਂ ਨੇ ਪਵਨ ਟੀਨੂ ਜੀ, ਉਹ ਪਹਿਲਾਂ ਬਸਪਾ ਸੀਗੇ। ਅੱਜ ਅੱਧੀ ਦਰਜਨ ਤੋਂ ਵੱਧ ਜਿਹੜੇ ਪੰਜਾਬ ਦੇ ਵਿੱਚ ਮੇਨ ਲੀਡਰਸ਼ਿਪ ਅਕਾਲੀ ਦਲ ਦੀ, ਉਹ ਸਾਰੇ ਕਿਸੇ ਨਾ ਕਿਸੇ ਤਰੀਕੇ ਪਹਿਲਾਂ ਬਸਪਾ 'ਚ ਹੋਇਆ ਕਰਦੇ ਸੀ, ਵੱਡੀ ਗਿਣਤੀ ਉਹਨਾਂ ਦੀ ਹੈ। ਸਵਾਲ ਅਜੇ ਉੱਠਦਾ ਹੈ ਕਿ ਜੇਕਰ ਆਉਣ ਵਾਲੇ ਸਮੇਂ ਦੇ ਵਿੱਚ 20 ਸੀਟਾਂ ਦਿੱਤੀਆਂ, ਸਿਰਫ ਪਹਿਲਾਂ ਤਾਂ ਗੱਲ ਚੱਲਦੀ ਸੀ ਕਿ 50 ਸੀਟਾਂ ਦੇ ਕਰੀਬ ਜਿਹੜੀ ਬਸਪਾ ਮੰਗ ਕਰਦੀ ਹੈ, ਔਰ ਜਿੰਨਾ ਪੰਜਾਬ ਦੇ ਵਿੱਚ ਦਲਿਤਾਂ ਦਾ ਵੋਟ ਬੈਂਕ ਹੈ, ਜਿੰਨਾ ਵੱਡੀ ਗਿਣਤੀ ਦੇ ਵਿੱਚ ਪ੍ਰਭਾਵ ਦੱਸਿਆ ਜਾ ਰਿਹਾ ਸੀ, ਜਿਵੇਂ ਇੱਕ ਹਵਾ ਬਣਾਈ ਜਾ ਰਹੀ ਸੀ, ਸੀਟਾਂ ਸਿਰਫ 20 ਤੇ ਮੰਨ ਗਏ। ਸਿਰਫ 20 ਸੀਟਾਂ ਬਹੁਤ ਘੱਟ ਗਿਣਤੀ ਦੇ ਵਿੱਚ ਹੈ। ਔਰ ਇੱਕ ਇਤਿਹਾਸ ਇਹ ਵੀ ਰਿਹਾ ਕਿ ਸ਼੍ਰੋਮਣੀ ਅਕਾਲੀ ਦਲ ਪਾਰਟੀ ਵਾਲੇ ਲੋਕ ਜਿਹੜੇ ਨੇ ਇਹ ਬਸਪਾ ਦੀਆਂ ਵੋਟਾਂ ਲੈ ਲੈਂਦੇ ਨੇ ਜਾਂ ਹੋਰ ਪਾਰਟੀ ਨੇ ਵੋਟਾਂ ਲੈ ਲੈਂਦੇ ਨੇ, ਪਰ ਇਮਾਨਦਾਰੀ ਨਾਲ ਕਦੀ ਆਪ ਗੱਠਜੋੜ ਦੇ ਵਿੱਚ ਕਾਮਯਾਬ ਰੋੜੀ ਸਾਹਿਬ ਮੈਂ ਅੱਗੇ ਵਧਾਂ, ਪਰ ਇਹ ਲੱਗ ਰਿਹਾ ਕਿ ਤੁਸੀਂ ਬੀਐਸਪੀ ਨੂੰ ਲੈ ਕੇ ਇੱਕ ਵਾਰ ਫਿਰ ਤੋਂ ਸੌਫਟ ਹੋ ਤੇ ਦੂਜਾ ਤੁਸੀਂ ਬੀਐਸਪੀ ਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਹੋ ਕਿ ਅਜੇ ਵੀ ਸਮਾਂ, ਤੁਸੀਂ ਇਹੀ ਕਹਿਣਾ ਚਾਹ ਰਹੇ ਹੋ? ਕਿਉਂਕਿ ਹੁਣ ਤਾਂ ਗੱਠਜੋੜ ਹੋ ਗਿਆ, ਤੁਸੀਂ ਕਹਿ ਰਹੇ ਹੋ ਕਿ ਟੁੱਟਣ ਤੋਂ ਬਾਅਦ ਕੀ ਹੋਏਗਾ ਉਹ ਬਾਅਦ ਦੀਆਂ ਬਾਅਦ ਚ ਗੱਲਾਂ। ਅਕਾਲੀ ਦਲ ਨੇ ਤਾਂ ਇੱਥੋਂ ਕਹਿ ਦਿੱਤਾ ਕਿ ਅਸੀਂ ਇੱਕ ਵਾਰ ਜਿਹਦੀ ਬਾਹ ਫੜ ਲਈ ਫਿਰ ਅਸੀਂ ਛੱਡਦੇ ਨਹੀਂ। ਬੀਜੇਪੀ ਨਾਲ ਗੱਲ ਕੀਤੀ ਤਾਂ ਕਰੀਬ 2 ਦਹਾਕੇ ਤੋਂ ਜ਼ਿਆਦਾ ਸਮਾਂ ਉਹਨਾਂ ਦੇ ਨਾਲ ਰਹੇ। ਮੇਰੀ ਬੇਨਤੀ ਸੁਣੋ, ਅਕਾਲੀ ਦਲ ਨੇ ਬਾਹ ਕਦੋਂ ਛੱਡਣੀ ਹੈ ਤੇ ਕਦੋਂ ਫੜਨੀ ਹੈ ਉਹਨਾਂ ਨੇ ਆਪਣੀ ਲੋੜ ਮੁਤਾਬਕ ਹੈ। ਜਦੋਂ ਉਹਨਾਂ ਨੂੰ ਲੱਗੂ ਕਿ ਸਾਨੂੰ ਲੋੜ ਹੈ ਉਹ ਬਾਹ ਛੱਡ ਕੇ ਪੈਰ ਵੀ ਫੜ ਲੈਣਗੇ। ਜਦੋਂ ਬਾਅਦ ਵਿੱਚ ਉਹ ਬਾਹ ਛੱਡ ਕੇ ਕਦੋਂ ਗੱਲ ਨੂੰ ਫੜ ਲੈਂਦੇ ਨੇ ਇਹ ਤੁਹਾਡੇ ਸਾਹਮਣੇ। ਮੈਂ ਇਸ ਤੇ ਚਲੋ ਠੀਕ ਹੈ, ਜਦ ਇਹ ਨਹੀਂ ਮੈਂ ਕਿਸੇ ਨੂੰ ਕਹਿ ਰਿਹਾ ਕਿ ਮੈਂ ਸੌਫਟ ਆ ਜਾਂ ਕਿਸੇ ਤੇ ਮੈਂ ਹਾਰਡ ਆ, ਮੈਂ ਤਾਂ ਜੋ ਅੱਜ ਹਾਲਾਤ ਨੇ ਮੈਂ ਤਾਂ ਉਹਨਾਂ ਦਾ ਵਰਣਨ ਕਰ ਰਿਹਾ। ਅਕਾਲੀ ਦਲ ਤੇ ਤਾਂ ਤੁਸੀਂ ਹਾਰ ਹੋ। ਅਕਾਲੀ ਦਲ ਤੁਸੀਂ ਮੰਨੋ ਨਾ ਮੰਨੋ, ਬੀਐਸਪੀ ਨੂੰ ਲੈ ਕੇ ਬੇਸ਼ੱਕ ਤੁਸੀਂ ਕਹੋਗੇ ਮੈਂ ਸੌਫਟ ਨਹੀਂ, ਪਰ ਅਕਾਲੀ ਦਲ ਤੇ ਤਾਂ ਹਾਰਡ ਹੋ। ਵਿਜੇ ਜੀ ਸਾਡੇ ਨਾਲ ਭੰਡਾਰੀ ਸਾਹਿਬ ਵੀ ਜੁੜੇ ਨੇ। ਭੰਡਾਰੀ ਸਾਹਿਬ ਤੁਹਾਡੇ ਤੋਂ ਰਿਐਕਸ਼ਨ ਚਾਹਾਂਗੇ, ਫਿਰ ਮੈਂ ਵੇਰਕਾ ਸਾਹਿਬ ਕੋਲ ਜਾਊਂਗਾ। ਪਹਿਲਾ ਪ੍ਰਤੀਕਰਮ ਇਸ ਗੱਠਜੋੜ ਬਾਰੇ ਭਾਜਪਾ ਦਾ। देखो ऐसा है कि पहली गल मैं रूडी साहब ने सहमत है कि ये पॉलिटिकल पार्टीज ने सोचना कि ना गठबंधन करना है। अकाली दल और बीएसपी ने गठबंधन किया है, सानू की दिक्कत है जी? कोई दिक्कत नहीं है। पर ਤੁਹਾਡੇ ਨਾਲ ਯਾਰੀ ਟੁੱਟ ਕੇ ਉਧਰਲੇ ਪਾਸੇ ਲੱਗੀ ਹੈ ਨਾ ਜੀ, ਇਸ ਕਰਕੇ ਤੁਹਾਡਾ ਬੜਾ ਜ਼ਰੂਰੀ ਹੋ ਜਾਂਦਾ ਰਿਐਕਸ਼ਨ। नहीं मैं रुकया नहीं, मैं क्या सानू कोई दिक्कत नहीं।
लेकिन ये सवाल ये है, वो कहता था यंग बादल इज इन हरी टू ग्रैब पावर, इन केन प्रकार ਹੁਣ ਇੰਨੇ ਲਲਾਇਤ ਨੇ ਛੋਟੇ ਬਾਦਲ ਸਾਹਿਬ, ਇੰਨੇ ਛਟਪਟਾਏ ਨੇ, ਇੰਨੀ ਹਤਾਸ਼ਾ ਹੈ ਉਹਨਾਂ ਨੂੰ, ਔਰ ਉਹ ਮੌਕਾ ਲੱਭ ਰਹੇ ਨੇ, ਮੌਕਾ ਪ੍ਰਸਤ ਵਾਂਗੂ ਕਿ ਮੈਨੂੰ ਕੋਈ ਨਾ ਕੋਈ ਸਹਾਰਾ ਮਿਲ ਜਾਵੇ, ਮੈਂ ਕਿਤੇ ਪੰਜਾਬ ਦਾ ਸੀਐਮ ਬਣ ਜਾਵਾਂ। ਅਰੇ ਯਾਰ, ਭਾਰਤੀ ਜਨਤਾ ਪਾਰਟੀ ਤੇ ਅਕਾਲੀ ਦਲ ਦਾ ਜਿਹੜਾ ਗਠਬੰਧਨ ਹੋਇਆ ਸੀ ਨਾ, ਦੇਖੋ ਕੋਈ ਕੁਛ ਵੀ ਕਵੇ, ਹਰ ਇੱਕ ਦਾ ਅਧਿਕਾਰ ਹੈ, ਸਾਡੇ ਤੇ ਚੀਟਾ ਛਾਤੀ ਵੀ ਕਰੇ, ਸਾਨੂੰ ਕੋਈ ਦਿੱਕਤ ਨਹੀਂ ਜੀ। ਸਾਨੂੰ ਲੋਕ ਕਹਿੰਦੇ ਹੁੰਦੇ ਸੀ ਇਹ ਪੋਲੀਟੀਕਲ ਗਠਬੰਧਨ ਘੱਟ ਹੈ, ਸਮਾਜਿਕ ਗਠਬੰਧਨ ਜ਼ਿਆਦਾ। ਪੰਜਾਬ ਦੀ ਜ਼ਰੂਰਤ ਦੇ ਹਿਸਾਬ ਨਾਲ ਅਸੀਂ ਚੱਲੇ, ਪੰਜਾਬ ਦੇ ਵਿੱਚ ਸ਼ਾਂਤੀ ਔਰ ਭਾਈਚਾਰੇ ਨੂੰ ਅਸੀਂ ਮੁੱਖ ਰੱਖਿਆ। 2 ਸੀਟਾਂ ਉਹਨਾਂ ਨੇ ਸਾਨੂੰ ਘੱਟ ਦਿੱਤੀਆਂ, ਅਸੀਂ ਪਰਵਾਹ ਨਹੀਂ ਕੀਤੀ। ਸਾਡੇ ਆਹ ਮੰਤਰੀ ਨਹੀਂ ਲਿੱਤੇ, ਅਸੀਂ ਫੇਰ ਵੀ ਚਿੰਤਾ ਨਹੀਂ ਕੀਤੀ ਕਿ ਚੱਲ ਯਾਰ ਲੋਕ ਖੁਸ਼ ਨੇ, ਸੂਬੇ 'ਚ ਸ਼ਾਂਤੀ ਹੈ, ਭਾਈਚਾਰਾ ਹੈ, ਸਾਡੇ ਅਲਾਇੰਸ ਨਾਲ ਆਉਂਦੀ ਹੈ। ਤੁਹਾਡਾ ਡਿਪਟੀ ਸੀਐਮ ਵੀ ਨਹੀਂ ਬਣਾਇਆ? ਠੀਕ ਹੈ, ਹਾਂ ਡਿਪਟੀ ਸੀਐਮ ਨਹੀਂ ਬਣਾਇਆ ਤਾਂ ਵੀ ਛੱਡਿਆ। ਦੇਖੋ ਰੋਲਾ ਪਾਉਂਦੇ ਸੀ ਅਸੀਂ, ਲੇਕਿਨ ਅਸੀਂ ਛੱਡਿਆ। ਜਦ ਕਿ ਡਿਪਟੀ ਸੀਐਮ ਵਿਜੇ ਜੀ ਤੁਸੀਂ ਮਕੀ ਸੈਟ ਐਸਟੈਬਲਿਸ਼ਡ ਪ੍ਰਿੰਸੀਪਲ ਹੈ ਕਿ ਜੇ ਮੇਨ ਪਾਰਟੀ ਮਾਈਨੋਰਿਟੀ 'ਚ ਹੋਵੇ ਤੇ ਦੂਸਰੀ ਪਾਰਟੀ ਦੀ ਸਪੋਰਟ ਨਾਲ ਚੱਲ ਰਹੀ ਹੋਵੇ, ਮੈਂ ਪਿਛਲੀ ਤੋਂ ਪਿਛਲੀ ਗਵਰਨਮੈਂਟ ਦੀ ਕਰ ਰਿਹਾ ਜੀ, ਇੱਕ ਨੈਚੁਰਲ ਅਧਿਕਾਰ ਜਿਹੜਾ ਹੈਗਾ, ਨੈਚੁਰਲ ਅਧਿਕਾਰ ਜਿਹੜਾ ਹੈਗਾ ਉਹ ਦੂਸਰੀ ਗਠਬੰਧਨ ਦੇ ਸਾਥੀ ਨੂੰ ਹੁੰਦਾ ਕਿ ਡਿਪਟੀ ਸੀਐਮ ਉਹਨੂੰ ਮਿਲੇ। ਪਰ ਇੱਥੇ ਅਕਾਲੀ ਦਲ ਪਤਾ ਨਹੀਂ ਕੀ ਕਰਦਾ, ਪਿਤਾ ਸ਼੍ਰੀ ਮੁੱਖ ਮੰਤਰੀ, ਪੁੱਤਰ ਸ਼੍ਰੀ ਡਿਪਟੀ ਉਪ ਮੁੱਖ ਮੰਤਰੀ, ਰੱਬ ਜਾਣੇ ਇਹਨਾਂ ਦਾ ਇਹੀ ਦੇਖਣ। ਭੰਡਾਰੀ ਸਾਹਿਬ ਦੇਖੋ ਤੁਸੀਂ ਨਹੀਂ, ਭੰਡਾਰੀ ਸਾਹਿਬ ਵਿਚਾਲੇ ਰੋਕ ਰਹੇ ਆ, ਡਾਕਟਰ ਰਾਜਕੁਮਾਰ ਵੇਰਕਾ ਸਾਡੇ ਨਾਲ ਨੇ, ਮੈਂ ਉਹਨਾਂ ਕੋਲ ਵੀ ਜਾਣਾ, ਪਰ ਪਹਿਲਾਂ ਤੁਹਾਡੇ ਤੋਂ ਰਿਐਕਸ਼ਨ ਨਾ। ਤੁਸੀਂ ਅੱਜ ਇਹ ਗੱਲਾਂ ਕਰ ਰਹੇ ਹੋ, ਤੁਹਾਡਾ ਬੀਜੇਪੀ ਦਾ ਵਰਕਰ ਤੁਹਾਨੂੰ ਸਵਾਲ ਕਰ ਰਿਹਾ ਹੋਏਗਾ ਘਰ ਬੈਠ ਕੇ, ਜਿਹੜਾ ਤੁਹਾਨੂੰ ਸੁਣ ਰਿਹਾ ਹੈ ਕਿ ਤੁਸੀਂ ਤਾਂ 20 ਸਾਲ ਨਾਲ ਰਹੇ, ਉਦੋਂ ਤੁਸੀਂ ਕਿਉਂ ਨਹੀਂ ਬੋਲੇ? ਤੁਸੀਂ 2007 ਦੇ ਵਿੱਚ ਜੇ ਮੈਂ ਗਲਤ ਨਹੀਂ ਤਾਂ 19 ਸੀਟਾਂ ਜਿੱਤ ਗਏ ਸੀ, ਉਸ ਸਮੇਂ ਤੁਸੀਂ ਨਹੀਂ ਬੋਲੇ। 2017 ਦੇ ਵਿੱਚ ਜਦੋਂ ਤੁਸੀਂ ਹਾਰ ਗਏ, ਉਸ ਤੋਂ ਬਾਅਦ 2020 ਚ ਜਾ ਕੇ ਵੱਖ ਹੋ ਗਏ, 2021 ਜਾ ਕੇ ਭੰਡਾਰੀ ਸਾਹਿਬ ਨੂੰ ਲੱਗ ਰਿਹਾ ਕਿ ਨਹੀਂ ਸਾਡਾ ਡਿਪਟੀ ਸੀਐਮ ਬਣਦਾ ਸੀ, ਇਹ ਇੱਕ ਧਰਮ ਹੁੰਦਾ, ਨਿਭਾਉਣਾ ਚਾਹੀਦਾ ਸੀ। ਤੁਸੀਂ ਸਰ ਆਪਣੇ ਵਰਕਰਾਂ ਨੂੰ ਕੀ ਕਹੋਗੇ? ਉਹ ਤਾਂ ਪੁੱਛਣਗੇ ਨਾ ਕਿ ਤੁਸੀਂ 2 ਦਹਾਕੇ ਨਹੀਂ ਗੱਲ ਕੀਤੀ। ਉਹ ਗੌਰਵ ਜੀ, ਉਸ ਵੇਲੇ ਮੈਂ ਪ੍ਰੈਜ਼ੀਡੈਂਟ ਸੀ। ਅਰੇ ਯਾਰ ਮੈਂ ਪ੍ਰੈਸ 'ਚ ਗਿਆ, ਮੈਂ ਹਾਈ ਕਮਾਂਡ ਨਾਲ ਗੱਲਾਂ ਕਰਦਾ ਰਿਹਾ, ਮੈਂ ਹਾਈ ਕਮਾਂਡ ਦੇ ਸਾਹਮਣੇ ਕਈ ਖਬਰਾਂ ਛਪੀਆਂ। ਪਰ ਯਾਰ ਦੇਖੋ ਪਤਾ ਕੀ ਗੱਲ ਹੈ, ਇਹ ਕੋਈ ਵੀ ਚੀਜ਼ 100% ਨਹੀਂ ਹੁੰਦੀ। ਇੱਕ ਪਾਸੇ ਸ਼ਾਂਤੀ ਭਾਈਚਾਰਾ, ਇੱਕ ਪਾਸੇ ਪੰਜਾਬ ਹੈ, ਦੂਜੇ ਪਾਸੇ ਡਿਪਟੀ ਸੀਐਮ। ਦੱਸੋ ਸੀ ਡਿਪਟੀ ਸੀਐਮ ਤੁਸੀਂ ਕਹਿ ਰਹੇ ਹੋ ਕਿ ਤੁਸੀਂ ਪੰਜਾਬ ਤੋਂ ਸ਼ਾਂਤੀ ਲਈ ਨਹੀਂ, ਭੰਡਾਰੀ ਸਾਹਿਬ ਤੁਸੀਂ ਕਹਿ ਰਹੇ ਹੋ ਕਿ ਪੰਜਾਬ ਦੀ ਸ਼ਾਂਤੀ ਲਈ ਤੁਸੀਂ ਡਿਪਟੀ ਸੀਐਮ ਦੀ ਕੁਰਸੀ ਕੁਰਬਾਨ ਕਰਤੀ, ਇਹ ਕਹਿ ਰਹੇ ਹੋ ਤੁਸੀਂ? ਬਿਲਕੁਲ, ਮੈਂ ਆਥੈਂਟਿਕਲੀ ਨਹੀਂ, ਫਿਰ ਹੁਣ 6-8 ਮਹੀਨੇ ਹੋ ਗਏ ਗਠਜੋੜ ਟੁੱਟੇ ਨੂੰ, ਹੁਣ ਪੰਜਾਬ ਦੀ ਸ਼ਾਂਤੀ। ਗੌਰਵ ਜੀ, ਅਸੀਂ ਅਕਾਲੀ ਦਲ ਨੂੰ ਨਹੀਂ ਛੱਡਿਆ, ਬਿਲਕੁਲ ਨਹੀਂ ਛੱਡਿਆ। ਅਸੀਂ ਅੱਜ ਵੀ ਇਹ ਕਹਿੰਦੇ ਸੀ ਵੀ ਅਕਾਲੀ ਦਲ ਨਾਲ ਸਾਡਾ ਗਠਬੰਧਨ ਪੰਜਾਬ ਦੇ ਵਿੱਚ ਸ਼ਾਂਤੀ ਤੇ ਭਾਈਚਾਰੇ ਤੇ ਮੋਹਰ ਹੈ, ਉਹਦੀ ਗਰੰਟੀ ਹੈ, ਖੁਸ਼ੀਆਂ ਦੀ ਗਰੰਟੀ ਹੈ। ਅਸੀਂ ਨਹੀਂ ਅਕਾਲੀ ਦਲ ਨੂੰ। ਚਲੋ ਠੀਕ ਹੈ, ਠੀਕ ਹੈ, ਆਪਾਂ ਇਸ ਨੂੰ ਉਹਨਾਂ ਨੂੰ ਮੁਬਾਰਕ, ਇਸ ਨੂੰ ਅੱਗੇ ਵਧਾਵਾਂਗੇ। ਹੋਰ ਵੇਰਕਾ ਸਾਹਿਬ ਦਾ ਰਿਐਕਸ਼ਨ ਬੜਾ ਜ਼ਰੂਰੀ ਹੈ। ਵੇਰਕਾ ਸਾਹਿਬ, ਤੁਸੀਂ ਵੀ ਉਸ ਭਾਈਚਾਰੇ ਚੋਂ ਆਉਣੇ ਹੋ ਜਿਸ ਦੀ ਅੱਜ ਨੁਮਾਇੰਦਗੀ ਦਾ ਜਾਂ ਜਿਸ ਦੇ ਸਮਰਥਨ ਦਾ ਦਾਵਾ ਅਕਾਲੀ ਦਲ ਬੜਾ ਠੋਕ ਕੇ ਕਰ ਰਿਹਾ ਕਿ ਹੁਣ ਤਾਂ ਬੀਐਸਪੀ ਨਾਲ ਗੱਠਜੋੜ ਹੋ ਗਿਆ ਤੇ ਹੁਣ ਕਾਂਗਰਸ ਵੀ ਗਈ ਤੇ ਸਾਰੇ ਸਾਡੇ ਵਾਲੇ ਪਾਸੇ ਆ ਕੇ ਜੁੜ ਗਏ ਹੈ। ਵਿਜੇਪਾਲ, ਜਿਹਨੂੰ ਕਹਿੰਦੇ ਨੇ ਕਿ ਰੱਬ ਨੇ ਬਣਾਈ ਜੋੜੀ, ਇੱਕ ਅੰਨਾ ਤੇ ਇੱਕ ਕੋੜੀ। ਔਰ ਹੈਰਾਨਗੀ ਇਸ ਗੱਲ ਦੀ ਹੈ, ਇਹ ਜਿਹੜਾ ਗਠਬੰਧਨ ਹੈ, ਨਾਪਾਕ ਗਠਬੰਧਨ, ਇਹ ਕੋਈ ਦਲਿਤਾਂ ਦੇ ਵਾਸਤੇ ਗਠਬੰਧਨ ਹੈ? ਇਹ ਕੋਈ ਦਲਿਤਾਂ ਦੇ ਵਾਸਤੇ ਗਠਬੰਧਨ ਹੈ? ਇਹ ਤੇ ਸਿਰਫ ਕੁਰਸੀ ਨੂੰ ਬਚਾਉਣ ਵਾਸਤੇ ਗਠਬੰਧਨ ਹੈ। ਔਰ ਦੂਸਰੀ ਗੱਲ ਮੈਂ ਹੋਰ ਕਹਿਣਾ ਚਾਹਨਾ, ਮੈਂ ਇਹ ਗੱਲ ਕਹਿਣਾ ਚਾਹਨਾ ਵੀ ਇਹਨਾਂ ਨੇ ਅੱਜ ਬਾਦਲ ਸਾਹਿਬ ਨੇ ਭੈਣ ਮਾਇਆਵਤੀ ਨੂੰ ਪੰਜਾਬ 'ਚ ਇਲੈਕਸ਼ਨ 'ਚ ਲੜਨ ਦਾ ਸੱਦਾ ਦਿੱਤਾ ਹੈ ਕਿ ਹੁਣ ਭੈਣ ਮਾਇਆਵਤੀ ਸੁਖਬੀਰ ਬਾਦਲ ਦੇ ਅੰਡਰ ਡਿਪਟੀ ਸੀਐਮ ਬਣੇਗੀ। ਇਹ ਕੀ ਕਹਿਣਾ ਚਾਹੁੰਦੇ ਹੈ? ਇਹ ਗੱਲ ਸੱਚ ਹੈ ਕਿ ਅਗਰ ਸੱਚਮੁੱਚ ਬਈ ਤੁਸੀਂ ਚਾਹੁੰਦੇ ਹੋ ਕਿ ਪੰਜਾਬ ਦੇ ਵਿੱਚ ਦਲਿਤ ਕਾਰਡ ਖੋਲ੍ਹ ਕੇ ਖੇਡਿਆ ਜਾਵੇ
ਦਲਿਤਾਂ ਦੀ ਗੱਲ ਖੁੱਲ ਕੇ ਕੀਤੀ ਜਾਵੇ ਤੇ ਜ਼ਰੂਰਤ ਇਸ ਗੱਲ ਦੀ ਹੈ ਕਿ ਜਿਹੜਾ ਅਕਾਲੀ ਦਲ ਆ ਪਿਛਲੇ ਇਲੈਕਸ਼ਨਾਂ 'ਚ 13 ਸੀਟਾਂ ਇਹਨਾਂ ਨੇ ਜਿੱਤੀਆਂ ਸੀ, ਇਹਨਾਂ ਦਾ ਹੱਕ 20 ਸੀਟਾਂ ਦੇ ਬਣਦਾ ਹੈ ਔਰ ਬਾਕੀ ਸੀਟਾਂ ਇਹ ਬੀਐਸਪੀ ਨੂੰ ਦੇਣੀਆਂ ਚਾਹੀਦੀਆਂ ਤੇ ਅਕਾਲੀ ਦਲ ਨੂੰ ਬੀਐਸਪੀ ਦਾ ਯੂਨੀਅਨ ਪਾਰਟਨਰ ਹੋਣਾ ਚਾਹੀਦਾ, ਕਿਉਂਕਿ ਬੀਐਸਪੀ ਨੈਸ਼ਨਲ ਪਾਰਟੀ ਆ ਤੇ ਅਕਾਲੀ ਦਲ ਰੀਜਨਲ ਪਾਰਟੀ ਆ। ਤੇ ਇਹ ਗਠਬੰਧਨ ਦੀ ਮੈਨੂੰ ਸਮਝ ਨਹੀਂ ਲੱਗੀ ਕਿ ਇਹ ਦਲਿਤਾਂ ਵਾਸਤੇ ਗਠਬੰਧਨ ਹੈ ਕਿ ਕੁਰਸੀ ਵਾਸਤੇ ਗਠਬੰਧਨ ਹੈ। ठीक है, ठीक है कि चीमा साहब तो रिएक्शन ले लिए। चीमा साहब भी जुड़ गए साडे नाल। चीमा साहब, वेरका साहब ये कहने की कोशिश कर रहे हैं भी गठजोड़ दी जिहड़ी कैलकुलेशन है वो तुसी उल्ट कर गए, बीएसपी नूं 97 देनियां सी, तुसी 20 ते लड़ना सी क्योंकि देखो वेरका साहब चीमा मेरे साहब। दोस्त है, वेरका साहब साडे पुराने साथी है। असीं ते हमेशा अरदासां करते रहे हैं कि कैबिनेट मंत्री बन, पर यह कोई साडे वास्ते बहुत ही चंगी भावना नहीं रखते। मेरी बेनती है कि राजनीति अपने थां है, शिष्टाचार अपने थां है। एडा वड्डा अलायंस होया, घट्टो घट्ट भावें उत्तों उत्तों ही सही वधाई दे देनी है, कोई फर्क नहीं पैंदा। पर मैनू अफसोस है कि वो इदां दे शब्द यूज़ करते हैं कि रब मलाई जोड़ी एक अन्ना ते एक कोड़ी जी। ਹੁਣ पता नहीं अन्ना किनू कहते हैं तो कोड़ी किनू कहते हैं, पर इस तरह के मैं समझदा कि उन्होंने गल्लां करन तो गुरेज करना चाहिए। एक सांझ नवीं इस्टैबलिश हुई है पंजाब दे विच और पंजाब की बेहतरी वास्ते हुई है जी। और गुरुआं की जो महान सोच है, मानस की जात सब एक है पहचान बोधी, जिस धरती के उत्ते गुरु नानक साहब तो लैके गुरु गोबिंद सिंह जी महाराज तक और सारे गुरु ग्रंथ साहब दे विच सानू सांझी वालता का पाठ पढ़ाया जाता, जात पात ऊच नीच के खिलाफ जिहड़ा उपदेश दिता जाता। सो एक दोने पार्टियां जिहड़ियां इस तरीके आस्था रख के चलदियां ने गुर इतिहास के उत्ते, गुरबाणी के उत्ते, उन्हां दी एकता हुई है। ठीक है, तुहानू नहीं भी चंगी लगती, पर फिर भी मैं समझदा कि एक शिष्टाचार हुंदा। असीं ते हमेशा ही चंगियां अरदासां कीतियां इन्हां वास्ते, वेरका साहब वास्ते कि वड्डे बन, कैबिनेट मिनिस्टर बन। नहीं बनाउंदी इन्हां दी पार्टी जां इन्हां दी पार्टी दे कुछ आगू बन नहीं दिंदे, पर ये गुस्सा साडे ते काहनूं कढदे आ। असीं ते हुण भी इन्हां दी हमेशा चढ़दी कला वास्ते अरदास करदे हां। सो मैं समझदा पंजाब वास्ते एक बड़ी पॉजिटिव गल है। ਆਪਾਂ ਕੋਸ਼ਿਸ਼ ਕਰ ਰਹੇ ਨੇ, ਕੀ ਪਤਾ सॉलिड अलायंस ਤੁਹਾਡੇ ਕੋਲ ਆਨੇ ਵੇਰਕਾ ਜੀ। ਦੇਖੋ ਪੋਲੀਟੀਕਲ ਵਿਚਾਰਧਾਰਾ ਦੇ ਵਿੱਚ ਫਰਕ ਹੋ ਸਕਦਾ, ਕੋਈ ਗੱਲ ਨਹੀਂ, ਪਰ ਚੀਮਾ ਸਾਹਿਬ ਕਹਿ ਰਹੇ ਨੇ ਇੱਕ ਰਸਮ ਹੀ ਹੁੰਦੀ ਹੈ ਕਿ ਚਲੋ ਠੀਕ ਹੈ ਵਿਰੋਧੀ ਵੀ ਸਹੀ, ਪਰ ਇੱਕ ਉਤਲੇ ਮਨੋਂ ਹੀ ਵਧਾਈ ਤਾਂ ਦਿੱਤਾ ਜਾਂਦਾ। ਮੈਂ ਇਹ ਗੱਲ ਕਹਿ ਰਿਹਾ ਕਿ ਇਸ ਦੇ ਉੱਪਰ ਮੈਨੂੰ ਆਬਜੈਕਸ਼ਨ ਇੱਕੋ ਗੱਲ ਦਾ ਹੈ ਕਿ ਕਿਉਂਕਿ ਜਿਹੜੀ ਬੀਐਸਪੀ ਹੈ ਉਹ ਆਪਣੇ ਆਪ ਨੂੰ ਦਲਿਤ ਇਤਿਹਾਸੀ ਪਾਰਟੀ ਕਹਿੰਦੀ ਹੈ। ਮੈਂ ਇਹ ਗੱਲ ਕਹਿਣਾ ਚਾਹੁੰਦਾ ਹਾਂ ਔਰ ਕਿਉਂਕਿ ਮੇਰਾ ਸਬਜੈਕਟ ਸਿਰਫ ਇੱਕ ਲਾਈਨ ਦਾ ਹੀ ਹੈ, ਮੈਂ ਇਹ ਗੱਲ ਕਹੀ ਹੈ ਕਿ ਜਿਹੜੀ ਬੀਐਸਪੀ ਹੈ ਉਹ ਨੈਸ਼ਨਲ ਪਾਰਟੀ ਹੈ ਔਰ ਇਹ ਜਿਹੜੀ ਪਾਰਟੀ ਅਕਾਲੀ ਦਲ ਹੈ ਉਹਨਾਂ ਨੂੰ ਉੱਥੇ ਨੈਸ਼ਨਲ ਪ੍ਰੈਜ਼ੀਡੈਂਟ ਨੂੰ ਇੱਥੇ ਕਾਲ ਨਹੀਂ ਕਰਨੀ ਚਾਹੀਦੀ ਕਿ ਆ ਕੇ ਇਲੈਕਸ਼ਨ ਲੜੇ। ਮੈਂ ਇਹ ਗੱਲ ਕਹਿ ਰਿਹਾ ਵੀ ਇਹ ਕਿਹੋ ਜਿਹਾ ਗਠਬੰਧਨ ਹੈ ਕਿ ਉਹ ਇੱਕ ਪਾਸੇ ਕਹਿ ਰਿਹਾ ਹੈ ਕਿ ਦਲਿਤਾਂ ਨੂੰ ਅਸੀਂ ਡਿਪਟੀ ਸੀਐਮ ਬਣਾਵਾਂਗੇ, ਕਿ ਇੱਥੇ ਭੈਣ ਮਾਇਆਵਤੀ ਨੂੰ ਡਿਪਟੀ ਸੀਐਮ ਬਣਾਉਣ ਵਾਸਤੇ ਸੱਦਾ ਦਿੱਤਾ ਜਾ ਰਿਹਾ। ਮੈਂ ਤੇ ਇਹ ਸਵਾਲ ਪੁੱਛਿਆ। चलो चलो जवाब जरूर लवांगे चीमा साहब तो थोड़ी इस गल दा, पर ਵਧਾਈ ਉਹਨਾਂ ਦੀ ਫਿਰ ਵੀ ਪੈਂਡਿੰਗ ਹੀ ਪਈ ਹੈ। ਜੇ ਕਹਿ ਵੀ ਦਿੱਤਾ ਤੁਹਾਨੂੰ ਕਿ ਉਤਲੇ ਮਨੋਂ ਹੀ ਦੇ ਦਿੰਦੇ। ਇੱਕ ਛੋਟਾ ਜਿਹਾ ਕਮਰਸ਼ੀਅਲ ਬ੍ਰੇਕ ਲੈਣਾ, ਬ੍ਰੇਕ ਤੋਂ ਬਾਅਦ ਆ ਕੇ ਇਸੇ ਨੋਟ ਤੋਂ ਇਸ ਚਰਚਾ ਨੂੰ ਅੱਗੇ ਵਧਾਵਾਂਗੇ। ਮਹਿਮਾਨ ਸਾਡੇ ਨਾਲ ਜੁੜੇ ਹੋਏ ਨੇ। ਬਹੁਜਨ ਸਮਾਜ ਪਾਰਟੀ 20 ਸੀਟਾਂ ਤੇ ਇਲੈਕਸ਼ਨ ਲੜੂਗੀ।